सत्यपाल मलिक ने जिस तरह के सनसनीखेज ਜਿਹੜੇ ਖੁਲਾਸੇ ਕੀਤੇ ਹੈਗੇ ਆ ਤੇ ਜਿਸ ਤਰ੍ਹਾਂ ਦੇ ਸਵਾਲ ਉਠਾਏ ਆ ਜਿਹਨੇ ਮੋਦੀ ਸਰਕਾਰ ਨੂੰ ਤੇ ਖਾਸ ਕਰਕੇ ਪ੍ਰਧਾਨ ਮੰਤਰੀ ਮੋਦੀ ਜਿਹੜੇ ਹੈਗੇ ਆ ਉਹਨਾਂ ਨੂੰ ਇੱਕ ਤਰੀਕੇ ਨਾਲ ਕਟਘਰੇ ਵਿੱਚ ਖੜਾ ਕੀਤਾ ਹੈ, ਉਹ ਇੱਕ ਬਹੁਤ ਇੰਪੋਰਟੈਂਟ ਹੈ। ਪੁਲਵਾਮਾ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਕੀਤੀ ਹੈ ਕਿ ਪੁਲਵਾਮਾ ਦਾ ਜਿਹੜਾ ਜਿਹਦੇ ਵਿੱਚ 40 ਸੀਆਰਪੀਐਫ ਦੇ ਜਵਾਨ ਜਿਹੜੇ ਹੈਗੇ ਉਹ ਸ਼ਹੀਦ ਹੋਏ ਸੀਗੇ, ਉਹ ਸ਼ਰੇਆਮ ਇਸ ਗੱਲ ਕਰਦੇ ਕਿ ਇਹਦੇ ਵਿੱਚ ਸਰਕਾਰ ਦੀ ਅਣਗਹਿਲੀ ਬੜੀ ਕਲੀਅਰ ਹੈਗੀ ਹੈ। ਸਾਨੂੰ ਪਤਾ ਕਿ ਉਹ ਜਿਹੜੇ 2500 ਜਵਾਨ ਜਦੋਂ ਸੜਕ ਦੇ ਰਸਤੇ ਤੇ ਗਏ ਆ ਤੇ ਉਹ ਉਸ ਤੋਂ ਬਾਅਦ ਉਹਨਾਂ ਵਿੱਚੋਂ 40 ਜਿਹੜੇ ਹੈਗੇ ਸ਼ਹੀਦ ਹੋ ਗਏ। ਜਿਹੜੇ ਹੋਮ ਮਿਨਿਸਟਰ ਸੀਗੇ ਉਹਨਾਂ ਨੂੰ ਸੀਆਰਪੀਐਫ ਨੇ ਬਕਾਇਦਾ ਚਿੱਠੀ ਲਿਖ ਕੇ ਕਿਹਾ ਗਿਆ ਸੀਗਾ ਕਿ ਸਾਡੀ ਜਿਹੜੀ ਇਹ ਉਸ ਟਾਈਮ ਦੇ ਸੀਆਰਪੀਐਫ ਦੇ ਜਵਾਨ ਆ ਉਹਨਾਂ ਨੂੰ ਏਅਰਲਿਫਟ ਕਰਕੇ ਸ੍ਰੀਨਗਰ ਲੈ ਕੇ ਜਾਇਆ ਗਿਆ, ਪਰ ਉਹ ਕਹਿੰਦੇ ਆ ਕਿ ਉਸ ਨੂੰ ਹੋਮ ਮਿਨਿਸਟਰ ਨੇ ਉਸ ਨੂੰ ਜਿਹੜਾ ਹੈਗਾ ਜਵਾਬ ਦੇ ਦਿੱਤਾ ਤੇ ਉਹਨਾਂ ਨੂੰ ਸੜਕ 'ਤੇ ਜਾਣਾ ਪਿਆ, ਜਦੋਂ ਕਿ ਉਹਨਾਂ ਦੇ ਅਨੁਸਾਰ ਕਿ ਜੇ ਉਹ ਮੈਨੂੰ ਕਿਹਾ ਜਾਂਦਾ ਤਾਂ ਮੈਂ ਉਹ ਏਅਰਲਿਫਟ ਕਰਾ ਦਿੰਦਾ। ਭਾਜਪਾ ਦੇ ਰਾਜਕਾਲ ਦੇ ਵਿੱਚ ਕਰਪਸ਼ਨ ਜਿਹੜਾ ਹੈਗਾ ਉਹ ਬਹੁਤ ਭਾਰੀ ਤੌਰ ਤੇ ਚੱਲ ਰਿਹਾ ਹੈ। ਸਤਿਆਪਾਲ ਮਲਿਕ ਨੇ ਉਸ ਇੰਟਰਵਿਊ ਦੇ ਵਿੱਚ ਭਾਜਪਾ ਦੇ ਇਹਨਾਂ ਦੋਨਾਂ ਪਲੈਂਕਸ ਦੇ ਉੱਪਰ ਬਹੁਤ ਜ਼ਬਰਦਸਤ ਤਰੀਕੇ ਨਾਲ ਅਟੈਕ ਕੀਤਾ ਹੈ। ਪਰ ਜਦੋਂ ਕੋਈ ਸਿਸਟਮ ਦੇ ਵਿੱਚੋਂ ਬੰਦਾ ਜਿਹੜਾ ਭਾਜਪਾ ਦੇ ਵਿੱਚ ਹੀ ਰਿਹਾ, ਜਿਹੜਾ ਗਵਰਨਰ ਵਰਗੇ ਜਿਹੜੇ ਮਹੱਤਵਪੂਰਨ ਸੰਵਿਧਾਨਕ ਅਹੁਦੇ 'ਤੇ ਰਿਹਾ, ਜਦੋਂ ਉਹ ਇਸ ਤਰ੍ਹਾਂ ਦੇ ਸਵਾਲ ਉਠਾਉਂਦਾ ਹੈ ਜਾਂ ਇਸ ਤਰ੍ਹਾਂ ਦੇ ਐਲੀਗੇਸ਼ਨ ਲਾਉਂਦਾ ਹੈ ਤਾਂ ਇਹਨੂੰ ਬਹੁਤ ਜ਼ਿਆਦਾ ਸੀਰੀਅਸਲੀ ਲਿਆ ਜਾਣਾ ਚਾਹੀਦਾ। ਜਿਹੜਾ ਕੋਈ ਸਵਾਲ ਕਰਦਾ ਜਾਂ ਜਿਹੜਾ ਕੋਈ ਐਲੀਗੇਸ਼ਨ ਲਗਾਉਂਦਾ ਹੈਗਾ, ਉਸ ਦੀ ਐਲੀਗੇਸ਼ਨ ਦੀ ਪੜਤਾਲ ਦੀ ਜਗ੍ਹਾ 'ਤੇ ਸਗੋਂ ਉਹਦੇ ਖਿਲਾਫ ਹੀ ਜਿਹੜੀਆਂ ਏਜੰਸੀਆਂ ਹੈਗੀਆਂ ਹੈ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਹੈਗਾ, ਚਾਹੇ ਉਹਦੇ ਵਿੱਚ CBI ਹੈ, ਚਾਹੇ NIA ਹੈ, ਚਾਹੇ ED ਹੈ। ਜਿੱਥੇ ਸਵਾਲ ਕਰਨਾ ਚਾਹੀਦਾ ਸੀਗਾ ਰਿਲਾਇੰਸ ਜਨਰਲ ਇੰਸ਼ੋਰੈਂਸ ਨੂੰ ਜਾਂ ਆਪਣਾ ਜਿਹੜਾ ਰਾਮ ਮਾਧਵ ਹੈਗਾ ਉਹਨਾਂ ਨੂੰ ਬੁਲਾਉਣ ਦੀ ਜਗ੍ਹਾ 'ਤੇ ਸਤਿਆਪਾਲ ਮਲਿਕ ਜਿਹੜੇ ਹੈਗੇ ਉਹਨਾਂ ਨੂੰ ਹੀ ਵਾਰ-ਵਾਰ ਬੁਲਾਇਆ ਜਾ ਰਿਹਾ ਹੈਗਾ। ਅਤੇ ਕਿਸੇ ਤਰੀਕੇ ਨਾਲ ਆਪਾਂ ਲੱਗਦਾ ਕਿ ਏਜੰਸੀਆਂ ਦੇ ਰਾਹੀਂ ਆਪੋਜੀਸ਼ਨ ਨੂੰ ਜਾਂ ਜਿਹੜਾ ਵੀ ਸਰਕਾਰ ਦੇ ਖਿਲਾਫ ਕੋਈ ਸਵਾਲ ਪੁੱਛਦਾ ਹੈਗਾ ਉਹਨੂੰ ਜਿਹੜਾ ਹੈਗਾ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਦੋਂ ਪੰਜਾਬ ਦੇ ਕਿਸਾਨਾਂ ਨੇ ਕਿਸਾਨੀ ਅੰਦੋਲਨ ਲੜਿਆ ਤਾਂ ਹਰ ਵਰਗ ਵੱਲੋਂ ਸਪੋਰਟ ਮਿਲੀ, ਲੋਕ ਬੋਲੇ, ਆਪਣੀ ਜ਼ਮੀਰ ਦੀ ਆਵਾਜ਼ ਸੁਣੀ, ਤਾਂ ਉਦੋਂ ਇੱਕ ਆਵਾਜ਼ ਜਿਹੜੀ ਕਿ ਉੱਠ ਕੇ ਸਾਹਮਣੇ ਆਈ ਉਹ ਸੱਤਾ ਦੇ ਬਾਹਰੋਂ ਨਹੀਂ, ਸੱਤਾ ਦੇ ਵਿੱਚੋਂ ਸੀ। ਉਹ ਸਨ ਸਤਿਆਪਾਲ ਮਲਿਕ, ਜਿਹੜੇ ਕਿ ਉਸ ਵਕਤ ਮੇਘਾਲਿਆ ਦੇ ਗਵਰਨਰ ਸਨ। ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਗਵਰਨਰ ਵੀ ਰਹਿ ਚੁੱਕੇ ਸਨ। ਉਹ ਮੋਦੀ ਸਰਕਾਰ ਦੇ ਖਿਲਾਫ ਖੁੱਲ੍ਹ ਕੇ ਬੋਲੇ ਅਤੇ ਕਿਸਾਨਾਂ ਦੇ ਹੱਕ ਵਿੱਚ ਡਟੇ। ਕਿਸਾਨਾਂ ਨੇ ਉਹਨਾਂ ਦੀ ਤਾਰੀਫ ਵੀ ਕੀਤੀ, ਕਿਸਾਨਾਂ ਨੇ ਉਹਨਾਂ ਦਾ ਸਾਥ ਵੀ ਦਿੱਤਾ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ ਇੱਕ ਇੰਟਰਵਿਊ ਹੋਰ ਸਾਹਮਣੇ ਆਉਂਦਾ ਹੈ ਪੱਤਰਕਾਰ ਕਰਨ ਥਾਪਰ ਦੇ ਨਾਲ, ਜਿਹਦੇ ਵਿੱਚ ਕਿ ਉਹਨਾਂ ਨੇ ਬਹੁਤ ਅਟੈਕ ਕੀਤਾ ਮੋਦੀ ਸਰਕਾਰ ਤੇ ਮੋਦੀ ਸਰਕਾਰ ਦੀਆਂ ਪਾਲਿਸੀਆਂ ਤੇ। ਪੁਲਵਾਮਾ ਹਮਲੇ ਬਾਰੇ ਉਹ ਗੱਲ ਕਰਦੇ ਨੇ ਕਿ ਇਸ ਤਰੀਕੇ ਦੇ ਨਾਲ ਸਾਜ਼ਿਸ਼ਾਂ ਜਿਹੜੀਆਂ ਉਹ ਰਚੀਆਂ ਗਈਆਂ। ਤਾਂ ਹੁਣ ਪਿਛਲੇ ਦਿਨੀ ਇੱਦਾਂ ਲੱਗ ਰਿਹਾ ਕਿ ਉਹਨਾਂ ਨੂੰ ਉਹਨਾਂ ਦੇ ਕਹੇ ਦੀ ਆਪਦੀ ਜ਼ਮੀਰ ਦੀ ਸੁਣਨ ਦੀ ਸਜ਼ਾ ਮਿਲ ਰਹੀ ਹੈ। CBI ਨੇ ਉਹਨਾਂ ਨੂੰ ਸੰਮਨ ਭੇਜਿਆ ਹੈ। ਅੱਜ ਹੁਣ ਦੀ ਅਪਡੇਟ ਇਹ ਵੀ ਹੈ ਕਿ ਉਹਨਾਂ ਨੂੰ ਅਰੈਸਟ ਵੀ ਕੀਤਾ ਜਾ ਚੁੱਕਿਆ ਹੈ। ਹਾਲਾਂਕਿ ਪੁਲਿਸ ਇਸ ਗੱਲ ਨੂੰ ਡਿਨਾਈ ਕਰ ਰਹੀ ਹੈ ਕਿ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਗਿਆ, ਕੁਝ ਕਿਸਾਨ ਆਗੂਆਂ ਦੇ ਸਮੇਤ, ਪਰ ਉਹਨਾਂ ਨੇ ਖੁਦ ਇਹ ਕਿਹਾ ਕਿ ਮੈਨੂੰ ਅਰੈਸਟ ਕੀਤਾ ਜਾ ਚੁੱਕਾ ਦਿੱਲੀ ਦੇ ਵਿੱਚ। ਤਾਂ ਆਪਾਂ ਉਸ ਇੰਟਰਵਿਊ ਬਾਰੇ CBI ਜਿਹੜੀ ਸੰਮਨ ਘੱਲਦੀ ਹੈ ਸਤਿਆਪਾਲ ਮਲਿਕ ਨੂੰ, ਉਹਦੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਪ੍ਰੋਫੈਸਰ ਹਰਜੇਸ਼ਵਰਪਾਲ ਸਿੰਘ ਜੀ ਨੇ, ਰਾਜਨੀਤੀ ਸ਼ਾਸਤਰ ਦੇ ਮਾਹਰ ਨੇ। ਸਰ ਸਵਾਗਤ ਹੈ ਜੀ। ਬਹੁਤ ਧੰਨਵਾਦ ਸਾਹਿਲ ਜੀ। ਤਾਂ ਸਤਿਆਪਾਲ ਮਲਿਕ ਦਵਾਇਰ ਦੇ ਪੱਤਰਕਾਰ ਕਰਨ ਥਾਪਰ ਨੂੰ ਇੰਟਰਵਿਊ ਦਿੰਦੇ ਨੇ, ਮੋਦੀ ਸਰਕਾਰ 'ਤੇ ਅਟੈਕ ਕਰਦੇ ਨੇ। ਮਨਸ਼ਾ ਕੀ ਹੈ ਸਤਿਆਪਾਲ ਮਲਿਕ ਹੋਰਾਂ ਦੀ ਜਦੋਂ ਸੱਤਾ ਦੇ ਵਿੱਚ ਰਹਿੰਦੇ ਹੋਏ ਇਹ ਗੱਲ ਕਰਦੇ ਨੇ? ਇਹ ਜਿਹੜੀ ਇੰਟਰਵਿਊ ਜਿਹੜੀ ਆਪਾਂ ਗੱਲ ਕਰ ਰਹੇ ਹੈਗੇ ਹਾਂ, ਜਿਸ ਇੰਟਰਵਿਊ ਬਹੁਤ ਜ਼ਿਆਦਾ ਫੇਮਸ ਹੋਈ ਹੈ, ਮਸ਼ਹੂਰ ਹੋਈ ਹੈ, ਜਿਹਦੇ ਵਿੱਚ ਕਰਨ ਥਾਪਰ ਜੋ ਇੱਕ ਵਾਇਰ ਦੇ ਬਹੁਤ ਮਸ਼ਹੂਰ ਇੰਡੀਆ ਦੇ ਪੱਤਰਕਾਰ ਹੈਗੇ ਆ ਅਤੇ ਜਿਹੜੇ ਆਪਣੇ ਖਾਸ ਕਰਕੇ ਬਹੁਤ ਹੀ ਅਲੱਗ ਤਰ੍ਹਾਂ ਦੇ ਇੰਟਰਵਿਊ ਜਿਹੜੇ ਹੈਗੇ ਵਿਵਾਕ ਇੰਟਰਵਿਊ ਲੈਣ ਵਾਸਤੇ ਮਸ਼ਹੂਰ ਆ, ਉਸ ਇੰਟਰਵਿਊ ਦੇ ਵਿੱਚ ਸਤਿਆਪਾਲ ਮਲਿਕ ਨੇ ਜਿਸ ਤਰ੍ਹਾਂ ਦੇ ਸਨਸਨੀਖੇਜ ਜਿਹੜੇ ਖੁਲਾਸੇ ਕੀਤੇ ਹੈਗੇ ਆ ਅਤੇ ਜਿਸ ਤਰ੍ਹਾਂ ਦੇ ਸਵਾਲ ਉਠਾਏ ਆ ਜਿਹਨੇ ਮੋਦੀ ਸਰਕਾਰ ਨੂੰ ਅਤੇ ਖਾਸ ਕਰਕੇ ਪ੍ਰਧਾਨ ਮੰਤਰੀ ਮੋਦੀ ਜਿਹੜੇ ਹੈਗੇ ਆ ਉਹਨਾਂ ਨੂੰ ਇੱਕ ਤਰੀਕੇ ਨਾਲ ਕਟਘਰੇ ਵਿੱਚ ਖੜਾ ਕੀਤਾ, ਉਹ ਇੱਕ ਬਹੁਤ ਇੰਪੋਰਟੈਂਟ ਹੈਗੇ ਆ। ਉਹਨਾਂ ਦੇ ਵਿੱਚ ਆਪਾਂ ਜਿਵੇਂ ਦੇਖਦੇ ਹਾਂ ਕਿ ਭਾਜਪਾ ਖਾਸ ਕਰਕੇ ਮੋਦੀ ਸਾਹਿਬ ਹੈਗੇ ਆ, ਉਹ ਆਪਣੇ ਜਿੰਨੇ ਵੀ ਵਿਰੋਧੀ ਆ ਉਹਨਾਂ 'ਤੇ ਇਹ ਲਾਉਂਦੇ ਆ ਕਿ ਇਹ ਐਂਟੀ ਨੈਸ਼ਨਲ ਆ। ਭਾਜਪਾ ਹਮੇਸ਼ਾ ਇਹ ਸ਼ੋਅ ਕਰਦੀ ਹੈਗੀ ਹੈ ਕਿ ਸਾਡੇ ਤੋਂ ਵੱਡਾ ਰਾਸ਼ਟਰਵਾਦੀ ਕੋਈ ਨਹੀਂ ਹੈਗਾ, ਰਾਸ਼ਟਰ ਹਿੱਤ 'ਚ ਗੱਲ ਕਰਨ ਵਾਲਾ ਕੋਈ ਹੈ ਨਹੀਂ। ਅਤੇ ਦੂਸਰੀ ਗੱਲ ਆ ਕਿ ਸਾਡੀ ਪਾਰਟੀ ਜਿਹੜੀ ਹੈਗੀ ਇਨਕਰਪਟੇਬਲ ਆ ਅਤੇ ਬਾਕੀ ਸਾਰਾ ਜਿਹੜਾ ਓਪੋਜੀਸ਼ਨ ਆ ਉਹ ਕਰਪਟ ਲੋਕ ਇਕੱਠੇ ਹੋ ਰਹੇ ਆ। ਇਹ ਸਤਿਆਪਾਲ ਮਲਿਕ ਨੇ ਉਸ ਇੰਟਰਵਿਊ ਦੇ ਵਿੱਚ ਭਾਜਪਾ ਦੇ ਇਹਨਾਂ ਦੋਨਾਂ ਪਲੈਂਕਸ ਦੇ ਉੱਪਰ ਬਹੁਤ ਜ਼ਬਰਦਸਤ ਤਰੀਕੇ ਨਾਲ ਅਟੈਕ ਕੀਤਾ ਹੈਗਾ। ਸਭ ਤੋਂ ਪਹਿਲੀ ਗੱਲ ਉਹ ਇਹ ਗੱਲ ਕਰਦੇ ਆ ਕਿ ਜਿਹੜੀ ਪੁਲਵਾਮਾ
ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਕੀਤੀ ਹੈ ਕਿ ਪੁਲਵਾਮਾ ਦਾ ਜਿਹੜਾ ਜਿਹਦੇ ਵਿੱਚ 40 CRPF ਦੇ ਜਵਾਨ ਜਿਹੜੇ ਹੈਗੇ ਉਹ ਸ਼ਹੀਦ ਹੋਏ ਸੀਗੇ, ਉਹ ਸ਼ਰੇਆਮ ਇਸ ਗੱਲ ਕਰਦੇ ਕਿ ਇਹਦੇ ਵਿੱਚ ਸਰਕਾਰ ਦੀ ਅਣਗਹਿਲੀ ਬੜੀ ਕਲੀਅਰ ਹੈਗੀ ਆ। ਇਹਦੇ ਵਿੱਚ ਉਸ ਟਾਈਮ ਦੇ ਉੱਪਰ ਜਿਹੜੇ ਹੋਮ ਮਿਨਿਸਟਰ ਸੀਗੇ ਉਹਨਾਂ ਨੂੰ CRPF ਨੇ ਬਕਾਇਦਾ ਚਿੱਠੀ ਲਿਖ ਕੇ ਕਿਹਾ ਗਿਆ ਸੀਗਾ ਕਿ ਸਾਡੀ ਜਿਹੜੀ ਇਹ ਉਸ ਟਾਈਮ ਦੇ CRPF ਦੇ ਜਵਾਨ ਆ ਉਹਨਾਂ ਨੂੰ 에ਅਰਲਿਫਟ ਕਰਕੇ ਸ੍ਰੀਨਗਰ ਲੈ ਕੇ ਜਾਇਆ ਗਿਆ। ਪਰ ਉਹ ਕਹਿੰਦੇ ਆ ਕਿ ਉਸ ਨੂੰ ਹੋਮ ਮਿਨਿਸਟਰ ਨੇ ਉਸ ਨੂੰ ਜਿਹੜਾ ਹੈਗਾ ਜਵਾਬ ਦੇ ਦਿੱਤਾ ਅਤੇ ਉਹਨਾਂ ਨੂੰ ਸੜਕ 'ਤੇ ਜਾਣਾ ਪਿਆ, ਜਦੋਂ ਕਿ ਉਹਨਾਂ ਦੇ ਅਨੁਸਾਰ ਕਿ ਜੇ ਉਹ ਮੈਨੂੰ ਕਿਹਾ ਜਾਂਦਾ ਤਾਂ ਮੈਂ ਉਹ 'ਚ 에ਅਰਲਿਫਟ ਕਰਾ ਦਿੰਦਾ। ਪਰ ਸਾਨੂੰ ਪਤਾ ਕਿ ਉਹ ਜਿਹੜੇ 2500 ਜਵਾਨ ਆ ਜਦੋਂ ਸੜਕ ਦੇ ਰਸਤੇ 'ਤੇ ਗਏ ਆ ਅਤੇ ਉਹ ਉਸ ਤੋਂ ਬਾਅਦ ਉਹਨਾਂ ਵਿੱਚੋਂ 40 ਜਿਹੜੇ ਹੈਗੇ ਸ਼ਹੀਦ ਹੋ ਗਏ ਆ। ਇਸ ਦੇ ਨਾਲ ਹੀ ਉਹ ਇਹ ਵੀ ਗੱਲ ਕਰਦੇ ਹੈਗੇ ਆ ਕਿ ਇਹਦੇ ਵਿੱਚ ਸਿਕਿਉਰਿਟੀ ਜਿਹੜੀ ਹੈਗੀ ਆ ਉਹ ਵੀ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ, ਕਿਉਂਕਿ ਆਲਰੇਡੀ ਇੰਟੈਲੀਜੈਂਸ ਜਿਹੜੀ ਆ ਚੁੱਕੀ ਸੀਗੀ ਕਿ ਇੱਥੇ ਜਿਹੜਾ ਹੈਗਾ ਉਹ ਅਟੈਕ ਹੋ ਸਕਦਾ ਹੈਗਾ। ਇਹ ਇਕੱਲੀ ਆਪਣੇ ਗਵਰਨਰ ਸਾਹਿਬ ਨੇ ਨਹੀਂ ਕਿਹਾ, ਉਸ ਤੋਂ ਪਹਿਲਾਂ ਫਰੰਟ ਲਾਈਨ ਦੇ ਵਿੱਚ ਵੀ ਇੱਕ ਬੜਾ ਇਨ ਡੈਪਥ ਜਿਹੜੀ ਹੈਗੀ ਆ ਇਹਦੀ ਆਰਟੀਕਲ ਆ ਚੁੱਕਿਆ ਹੈਗਾ ਕਿ ਆਲਰੇਡੀ ਗਵਰਨਮੈਂਟ ਨੂੰ ਆਲਰੇਡੀ ਜਿਹੜੀਆਂ ਉਸ ਟਾਈਮ ਦੀ ਸਰਕਾਰ ਸੀਗੀ ਉਹਨਾਂ ਕੋਲੇ ਇੱਕ ਇੰਟੈਲੀਜੈਂਸ ਦਾ ਇਨਪੁਟ ਆ ਚੁੱਕਿਆ ਸੀਗਾ ਕਿ ਇੱਥੇ ਹਮਲਾ ਹੋ ਸਕਦਾ ਹੈਗਾ। ਉਸ ਦੇ ਬਾਵਜੂਦ ਵੀ ਇਹ ਅਟੈਕ ਹੋਇਆ ਅਤੇ ਉਸ ਤੋਂ ਵੀ ਬਾਅਦ ਜਿਹੜੀ ਉਹ ਗੱਲ ਕਰਦੇ ਆ ਕਿ ਜਿਸ ਟਾਈਮ 'ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਫੋਨ ਕੀਤਾ, ਪ੍ਰਧਾਨ ਮੰਤਰੀ ਉਸ ਸਮੇਂ ਜਿਮ ਕਾਰਬਟ ਪਾਰਕ ਦੇ ਵਿੱਚ ਕੋਈ ਆਪਣੀ ਸ਼ੂਟਿੰਗ ਕਰ ਰਹੇ ਸੀਗੇ, ਉਹਨਾਂ ਨਾਲ ਜਦੋਂ ਵੀ ਉਹਨਾਂ ਦਾ ਕਮਿਊਨੀਕੇਸ਼ਨ ਹੁੰਦਾ ਤਾਂ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪ ਚੁੱਪ ਰਹੇ। ਇੱਕ ਸੀਰੀਅਸ ਗੱਲ ਹੈਗੀ ਆ ਕਿ ਭਾਜਪਾ ਜਾਂ ਮੋਦੀ ਸਾਹਿਬ ਜਿਨ੍ਹਾਂ ਨੇ ਰਾਸ਼ਟਰੀ ਏਕਤਾ ਦੇ ਨਾਂ 'ਤੇ, ਨੈਸ਼ਨਲਿਜ਼ਮ ਦੇ ਨਾਂ 'ਤੇ, ਰਾਸ਼ਟਰਵਾਦ ਦੇ ਨਾਂ 'ਤੇ ਬਾਅਦ 'ਚ ਆਪਾਂ ਦੇਖਦੇ ਹਾਂ ਕਿ ਪੁਲਵਾਮਾ ਦੇ ਹਮਲੇ ਨੂੰ, ਬਾਲਾਕੋਟ ਦੇ ਹਮਲੇ ਨੂੰ ਯੂਜ਼ ਕਰਕੇ ਉਹਨਾਂ ਨੇ ਆਪਣੇ ਹਿੱਤ ਵਿੱਚ ਵਰਤਿਆ ਅਤੇ ਉਦੋਂ ਸਰਕਾਰ ਵੀ ਬਣਾਈ। ਉਹ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਅਣਗਹਿਲੀ ਹੈਗੀ ਆ ਜਾਂ ਜਿਸ ਤਰੀਕੇ ਦੇ ਨਾਲ ਉਹ ਕਿਸੇ ਵੀ ਤਰੀਕੇ ਦੇ ਨਾਲ ਇਹਨੂੰ ਸਪੋਰਟ ਨਹੀਂ ਕਰ ਰਹੇ ਹੈਗੇ, ਉਹ ਇੱਕ ਮਹੱਤਵਪੂਰਨ ਸਵਾਲ ਉਹਨਾਂ ਨੇ ਉਠਾਇਆ ਅਤੇ ਇਸ ਦੀ ਵਾਸਤੇ ਇੱਕ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਉਹ ਸੀਰੀਅਸ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈਗੀ ਹੈ। ਇਹ ਸਭ ਤੋਂ ਪਹਿਲਾ ਸਵਾਲ ਸੀ। ਦੂਸਰੀ ਵੱਡੀ ਗੱਲ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਕਿ ਕਰਪਸ਼ਨ ਦੇ ਮਾਮਲੇ 'ਚ ਕਿ ਬਹੁਤ ਸਾਰੇ ਉਹਨਾਂ ਨੇ ਉਸ ਇੰਟਰਵਿਊ ਦੇ ਵਿੱਚ ਖਾਸ ਕਰਕੇ ਰਾਮ ਮਾਧਵ ਦਾ ਨਾਂ ਲਿਆ, PMO ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਦੇ ਮਿਨਿਸਟਰ ਹੈਗੇ ਆ ਜਤਿੰਦਰ ਸਿੰਘ, ਉਹਨਾਂ ਦਾ ਨਾਮ ਲਿਆ। ਇਸ ਤੋਂ ਇਲਾਵਾ ਜਿਹੜੇ ਗੋਆ ਦੇ CM ਹੈਗੇ ਉਹਨਾਂ ਦਾ ਨਾਮ ਲਿਆ ਕਿ ਜਿਹੜਾ ਭਾਜਪਾ ਦੇ ਰਾਜਕਾਲ ਦੇ ਵਿੱਚ ਕਰਪਸ਼ਨ ਜਿਹੜਾ ਹੈਗਾ ਉਹ ਬਹੁਤ ਭਾਰੀ ਤੌਰ 'ਤੇ ਚੱਲ ਰਿਹਾ ਹੈਗਾ। ਉਹਨਾਂ 'ਤੇ ਵੀ ਖਾਸ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਰਾਮ ਮਾਧਵ ਦੀ ਗੱਲ ਕਰਦੇ ਆ ਕਿ ਸਵੇਰੇ ਉਹਨਾਂ ਦੇ ਘਰੇ 7 ਵਜੇ ਆਉਂਦੇ ਆ ਅਤੇ ਉਹਨਾਂ ਨੂੰ ਰਿਲਾਇੰਸ ਜਨਰਲ ਇੰਸ਼ੋਰੈਂਸ ਦੇ ਵਾਸਤੇ ਪ੍ਰੈਸ਼ਰ ਪਾਉਣ ਦੀ ਖਾਤਰ ਕਿ ਉਹਨਾਂ ਦੀ ਫਾਈਲ ਜਿਹੜੀ ਉਹ ਕਲੀਅਰ ਕੀਤੀ ਜਾਵੇ। ਸੋ ਇਹ ਜਿਹੜੇ ਦੋਨੇ ਗੱਲਾਂ ਇਹ ਬਹੁਤ ਇੰਪੋਰਟੈਂਟ ਇਸ ਕਰਕੇ ਹੈਗੇ ਕਿ ਆਪੋਜੀਸ਼ਨ ਤਾਂ ਅੱਗੇ ਜਿਹੜਾ ਅਟੈਕ ਕਰਦਾ ਸੀ ਕਾਂਗਰਸ ਕਰਦੀ ਸੀ ਜਾਂ ਬਾਕੀ ਪਾਰਟੀਆਂ ਕਰਦੀਆਂ ਸੀ, ਅਤੇ ਉਹ ਜਦੋਂ ਅਟੈਕ ਕਰਦੇ ਹੈਗੇ ਤਾਂ ਉਹਦੀ ਸ਼ਾਇਦ ਕਈ ਵਾਰ ਉਨੀ ਭਰੋਸੇਯੋਗਤਾ ਨਹੀਂ ਹੁੰਦੀ ਗੀ। ਬਟ ਜਦੋਂ ਕੋਈ ਸਿਸਟਮ ਦੇ ਵਿੱਚੋਂ ਬੰਦਾ ਜਿਹੜਾ ਭਾਜਪਾ ਦੇ ਵਿੱਚ ਹੀ ਰਿਹਾ, ਜਿਹੜਾ ਗਵਰਨਰ ਵਰਗੇ ਜਿਹੜੇ ਮਹੱਤਵਪੂਰਨ ਸੰਵਿਧਾਨਕ ਅਹੁਦੇ 'ਤੇ ਰਿਹਾ, ਜਦੋਂ ਉਹ ਇਸ ਤਰ੍ਹਾਂ ਦੇ ਸਵਾਲ ਉਠਾਉਂਦਾ ਹੈ ਜਾਂ ਇਸ ਤਰ੍ਹਾਂ ਦੇ ਐਲੀਗੇਸ਼ਨ ਲਾਉਂਦਾ ਹੈ ਤਾਂ ਇਹਨੂੰ ਬਹੁਤ ਜ਼ਿਆਦਾ ਸੀਰੀਅਸਲੀ ਲਿਆ ਜਾਣਾ ਚਾਹੀਦਾ ਜੀ। ਕੀ ਫਿਰ ਜਦੋਂ ਤੁਸੀਂ ਕਾਂਗਰਸ ਦੀ ਗੱਲ ਕੀਤੀ, ਆਪੋਜੀਸ਼ਨ ਦੀ ਗੱਲ ਕੀਤੀ ਵੀ ਜੇਕਰ ਉਹ ਬੋਲਦੇ ਆ ਤਾਂ ਫਿਰ ਉਹ ਵਾਜਬ ਜੀ ਗੱਲ ਲੱਗਦੀ ਹੈ ਕਿ ਯਾਰ ਇਹ ਤਾਂ ਆਪੋਜੀਸ਼ਨ 'ਚ ਨੇ, ਤਾਂ ਮੋਦੀ ਸਰਕਾਰ ਦੇ ਖਿਲਾਫ, ਰੂਲਿੰਗ ਗਵਰਨਮੈਂਟ ਦੇ ਖਿਲਾਫ ਬੋਲਣਗੇ। ਜਦੋਂ ਵਿੱਚੋਂ ਇੱਦਾਂ ਦੀ ਆਵਾਜ਼ ਉੱਠੀ, ਕੀ ਤੁਹਾਨੂੰ ਲੱਗਦਾ ਕਿ ਕਾਂਗਰਸ ਜਾਂ ਹੋਰ ਆਪੋਜੀਸ਼ਨ ਪਾਰਟੀਆਂ ਨੇ ਕਿਤੇ ਨਾ ਕਿਤੇ ਉਸ ਤਰੀਕੇ ਨੂੰ ਹੋਰ ਸੀਰੀਅਸਲੀ ਲੈਣਾ ਚਾਹੀਦਾ ਸੀਗਾ, ਹੋਰ ਇਸ ਗੱਲ ਨੂੰ ਅੱਗੇ ਵਧਾਉਣਾ ਚਾਹੀਦਾ ਜਿਵੇਂ ਉਹਨਾਂ ਨੇ ਅਡਾਨੀ ਦੇ ਮਾਮਲੇ ਵਿੱਚ ਕੀਤਾ? ਨਹੀਂ, ਬਿਲਕੁਲ ਮੈਨੂੰ ਲੱਗਦਾ ਕਿ ਇਹ ਜਿਹੜੀ ਇੰਟਰਵਿਊ ਆ ਜਿਸ ਤਰੀਕੇ ਦੇ ਨਾਲ ਆਈ ਹੈਗੀ ਆ ਇਹਦਾ ਜਿਹੜਾ ਜਿਵੇਂ ਟਾਈਮ ਲੰਘੂਗਾ, ਕਿਉਂਕਿ ਇਲੈਕਸ਼ਨ ਦਾ ਸਾਲ ਆ ਚੁੱਕਿਆ ਹੈਗਾ, ਅਤੇ ਇਹ ਇੱਕ ਬਹੁਤ ਵੱਡਾ ਸਵਾਲ ਜਿਹੜਾ ਹੈਗਾ ਇਹ ਆਪੋਜੀਸ਼ਨ ਜਿਹੜੀ ਹੈਗੀ ਉਹ ਚੱਕੂਗੀ, ਚਾਹੇ ਕਾਂਗਰਸ ਹੈ ਚਾਹੇ ਦੂਸਰੀ ਹੈਗੀਆਂ। ਪਰ ਅਨਫੋਰਚੂਨੇਟਲੀ ਇਸ ਵੇਲੇ ਕੀ ਹੋ ਰਿਹਾ ਕਿ ਸਾਰੇ ਦਾ ਸਾਰਾ ਜਿਹੜਾ ਮੀਡੀਆ ਹੈਗਾ ਉਹ ਆਪਾਂ ਨੂੰ ਪਤਾ ਕਿ ਕਿਸ ਤਰੀਕੇ ਦੇ ਨਾਲ ਉਹਨੂੰ ਸਰਕਾਰ ਨੇ, BJP ਸਰਕਾਰ ਨੇ ਕੰਟਰੋਲ ਕੀਤਾ ਹੋਇਆ ਹੈਗਾ। ਅਤੇ ਇਹ ਵੇਖਦੇ ਹਾਂ ਕਿ ਏਡੀ ਮਹੱਤਵਪੂਰਨ ਇੰਟਰਵਿਊ ਜਿਹੜੀ ਹੈਗੀ ਆ ਉਹ ਕਿਸੇ ਵੀ ਚੈਨਲ ਦੇ ਉੱਪਰ ਉਹਦੇ ਬਾਰੇ ਚਰਚਾ ਨਹੀਂ ਹੋਈ, ਕਿਸੇ ਅਖਬਾਰ ਨੇ, ਸ਼ਾਇਦ ਟੈਲੀਗ੍ਰਾਫ ਨੂੰ ਛੱਡ ਕੇ ਜਿਹੜਾ ਕਿ ਕੈਲਕਟਾ ਤੋਂ ਸ਼ਬਦ ਹੈਗਾ, ਇਹ ਕਿਸੇ ਮੇਨ ਸਟ੍ਰੀਮ ਮੀਡੀਆ ਨੇ ਉਹਨੂੰ ਉਠਾਇਆ ਨਹੀਂ। ਸਗੋਂ ਅਗਲੇ ਦਿਨ ਜਿਹੜਾ ਅਤੀਕ ਅਹਿਮਦ ਵਾਲਾ ਐਪੀਸੋਡ ਹੈਗਾ ਸਾਰਾ ਉਹਨੂੰ ਉਠਾ ਕੇ ਜਿਹੜਾ ਹੈਗਾ ਕਿਸੇ ਤਰੀਕੇ ਦੇ ਨਾਲ ਵੀ ਇਹ ਖਬਰ ਜਿਹੜੀ ਹੈਗੀ ਸਾਈਡਲਾਈਨ ਕਰ ਦਿੱਤੀ ਜਾਵੇ, ਉਹਦੀ ਕੋਸ਼ਿਸ਼ ਹੈ। ਪਰ ਮੈਨੂੰ ਲੱਗਦਾ ਕਿ ਇਹ ਜਿਹੜਾ ਮਸਲਾ ਹੈਗਾ ਇਹ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ, ਇਹ ਹੌਲੀ ਹੌਲੀ ਲੋਕਾਂ ਦੇ ਵਿੱਚ ਪਹੁੰਚੇਗਾ ਅਤੇ ਇਹ ਜਿਹੜਾ ਹੈਗਾ ਇਹ ਸਰਕਾਰ ਵਾਸਤੇ ਕਾਫੀ ਵੱਡੀ ਮੁਸ਼ਕਿਲਾਂ ਜਿਹੜੀਆਂ ਹੈਗੀਆਂ ਉਹ ਖੜੀਆਂ ਕਰ ਸਕਦਾ। ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇਹ ਮਾਮਲਾ ਉੱਠ ਸਕਦਾ, ਫਿਰ ਇਹੀ ਵਜ੍ਹਾ ਕਿ ਹੁਣ ਸੱਤਿਆਪਾਲ ਮਲਿਕ ਨੂੰ CBI ਸੰਮਨ ਜਾਰੀ ਕਰਦੀ ਹੈ ਕਿ ਫਿਰ ਪੋਲੀਟੀਕਲ ਸਕੋਰ ਸੈਟਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ? ਇਹ ਤਾਂ ਹੁਣ ਆਪਣਾ ਆਲਮੋਸਟ ਕਲੀਅਰ ਹੈਗਾ ਕਿ ਆਪਾਂ ਦੇਖਦੇ ਹਾਂ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਕੋਈ ਸਵਾਲ ਕਰਦਾ ਜਾਂ ਜਿਹੜਾ ਕੋਈ ਐਲੀਗੇਸ਼ਨ ਲਗਾਉਂਦਾ ਹੈਗਾ
ਉਸ ਦੀ ਐਲੀਗੇਸ਼ਨ ਦੀ ਪੜਤਾਲ ਦੀ ਜਗ੍ਹਾ 'ਤੇ ਸਗੋਂ ਉਹਦੇ ਖਿਲਾਫ ਹੀ ਜਿਹੜੀਆਂ ਏਜੰਸੀਆਂ ਹੈਗੀਆਂ ਹੈ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਹੈਗਾ, ਚਾਹੇ ਉਹਦੇ ਵਿੱਚ CBI ਹੈ, ਚਾਹੇ NIA ਹੈ, ਚਾਹੇ ED ਹੈਗੀ ਹੈ। ਇਹ ਪਹਿਲੀ ਵਾਰ ਨਹੀਂ ਹੋਇਆ, ਇਹ ਆਪਾਂ ਇਸ ਤੋਂ ਪਹਿਲਾਂ ਵੀ ਦੇਖਦੇ ਹੈਗੇ ਆ ਕਿ ਜਦੋਂ BBC ਦੀ ਇੱਕ ਆਪਣੀ ਮੋਦੀ ਸਰਕਾਰ ਦੇ ਖਿਲਾਫ ਇੱਕ ਡਾਕੂਮੈਂਟਰੀ ਆਈ ਸੀਗੀ, ਉਹ BBC ਦੇ ਉੱਪਰ ਹੀ, ਜਿਹੜਾ BBC ਇੱਕ ਬਹੁਤ ਹੀ ਇੱਕ ਸਨਮਾਨਜਨਕ, ਇੱਕ ਬਹੁਤ ਹੀ ਭਰੋਸੇਯੋਗ ਜਿਹੜਾ ਹੈਗਾ ਵਰਲਡ ਫੇਮਸ ਅਦਾਰਾ ਹੈਗਾ, ਉਹਦੇ ਉੱਪਰ ਹੀ IT ਦੇ ਜਿਹੜੇ ਹੈਗੇ ਉਹ ਛਾਪੇ ਜਿਹੜੇ ਹੈਗੇ ਆ ਉਹ ਪਏ। ਇਸੇ ਤਰੀਕੇ ਨਾਲ ਰਾਹੁਲ ਗਾਂਧੀ ਨੇ ਜਿਹਨਾਂ ਨੇ ਬਹੁਤ ਜ਼ੋਰ ਸ਼ੋਰ ਦੇ ਨਾਲ ਅਦਾਨੀ ਵਾਲਾ ਇਸ਼ੂ ਖੜਾ ਕੀਤਾ ਸੀਗਾ, ਉਹਨਾਂ ਨੂੰ ਇੱਕ ਛੋਟੇ ਜਿਹੇ ਕੇਸ ਦੇ ਵਿੱਚ, ਉਹਨਾਂ ਨੂੰ ਡਿਫੈਮੇਸ਼ਨ ਦੇ ਕੇਸ ਦੇ ਵਿੱਚ 2 ਸਾਲ ਦੀ ਸਜ਼ਾ ਦਿੱਤੀ ਗਈ, ਤੇ ਨਾਲ ਦੀ ਨਾਲ ਹੀ ਪਾਰਲੀਮੈਂਟ ਤੋਂ ਉਹਨਾਂ ਨੂੰ ਮਤਲਬ ਬਾਹਰ ਕੱਢ ਦਿੱਤਾ ਗਿਆ, ਬਰਖਾਸਤ ਕਰ ਦਿੱਤਾ ਗਿਆ। ਤੇ ਉਸੇ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ ਕਿ ਸੱਤਿਆਪਾਲ ਮਲਿਕ, ਜਿਨ੍ਹਾਂ ਨੇ ਇਹ CBI ਜਿਹੜਾ ਇਹ ਸਵਾਲ ਚੁੱਕਿਆ ਸੀ ਕਰਪਸ਼ਨ ਦਾ ਤੇ ਨੈਸ਼ਨਲਿਜ਼ਮ ਦਾ, ਸੋ ਉਹਨਾਂ ਦੀ ਜਿਹੜੀ ਹੀ ਆਪਣੀ ਕੰਪਲੇਂਟ ਦੇ ਉੱਪਰ CBI ਨੇ ਜਿਹੜੀ ਹੈਗੀ ਆ ਉਹ ਇੱਕ ਤਰੀਕੇ ਦੇ ਨਾਲ ਐਪਲੀਕੇਸ਼ਨ ਜਿਹੜੀ ਹੈਗੀ ਉਹਨੂੰ ਚੱਕਿਆ ਹੈਗਾ। ਤੇ ਸਗੋਂ ਇਨਫੈਕਟ ਜਿੱਥੇ ਸਵਾਲ ਕਰਨਾ ਚਾਹੀਦਾ ਸੀਗਾ ਰਿਲਾਇੰਸ ਜਨਰਲ ਇੰਸ਼ੋਰੈਂਸ ਨੂੰ ਜਾਂ ਆਪਣਾ ਜਿਹੜਾ ਰਾਮ ਮਾਧਵ ਹੈਗਾ ਉਹਨਾਂ ਨੂੰ ਬੁਲਾਉਣ ਦੀ ਜਗ੍ਹਾ 'ਤੇ ਸੱਤਿਆਪਾਲ ਮਲਿਕ ਜਿਹੜੇ ਹੈਗੇ ਉਹਨਾਂ ਨੂੰ ਹੀ ਵਾਰ-ਵਾਰ ਬੁਲਾਇਆ ਜਾ ਰਿਹਾ ਹੈਗਾ। ਤੇ ਕਿਸੇ ਤਰੀਕੇ ਨਾਲ ਆਪਾਂ ਲੱਗਦਾ ਕਿ ਏਜੰਸੀਆਂ ਦੇ ਰਾਹੀਂ ਆਪੋਜੀਸ਼ਨ ਨੂੰ ਜਾਂ ਜਿਹੜਾ ਵੀ ਸਰਕਾਰ ਦੇ ਖਿਲਾਫ ਕੋਈ ਸਵਾਲ ਪੁੱਛਦਾ ਹੈਗਾ ਉਹਨੂੰ ਜਿਹੜਾ ਹੈਗਾ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ। ਜਿਵੇਂ ਮੋਦੀ ਬਾਰੇ ਇਹ ਕਿਹਾ ਜਾਂਦਾ ਜੀ ਕਿ ਨਾ ਤਾਂ ਉਹ ਕਰਪਟ ਨੇ ਤੇ ਰੱਜ ਕੇ ਨੈਸ਼ਨਲਿਸਟ ਨੇ, ਜਦੋਂ ਇਹ ਇੰਟਰਵਿਊ ਆਉਂਦੀ ਆ ਫਿਰ ਕੀ ਉਹ ਇਮੇਜ ਵੀ ਟੁੱਟਦੀ ਆ? ਇਸ ਗੱਲ ਦੀ ਵੀ ਫੂਕ ਨਿਕਲਦੀ ਆ ਕਿ ਨਾ ਤਾਂ ਉਹ ਨੈਸ਼ਨਲਿਸਟ ਨੇ, ਉਹ ਆਰਮੀ ਲਈ ਇੱਦਾਂ ਨਹੀਂ ਕਰਦੇ, ਦੂਸਰਾ ਜਿਹੜੀ ਕਰਪਸ਼ਨ ਵਾਲੀ ਗੱਲ ਆ ਉਹ ਉਸ ਗੱਲ ਨੂੰ ਅੱਖੋਂ ਪਰੋਖੇ ਕਰਦੇ। ਦੇਖੋ ਇਹ ਜਿਹੜੇ ਹੈਗੇ ਜਿਸ ਤਰ੍ਹਾਂ ਦੀ ਪਰਸੈਪਸ਼ਨ ਬਣਾਈ ਜਾਂਦੀ ਹੈ, ਇਹ ਮੋਦੀ ਬਾਰੇ ਕਾਫੀ ਵਧੀਆ, ਕਾਫੀ ਹੱਦ ਤੱਕ ਇਹ ਪਰਸੈਪਸ਼ਨ ਜਿਹੜੀ ਹੈ ਪਿਛਲੇ 8-9 ਸਾਲ ਤੋਂ ਬਣਾਈ ਗਈ ਹੈਗੀ। ਉਹਦੇ ਵਿੱਚ ਬਿਗ ਬਿਜ਼ਨਸ ਦਾ ਬਹੁਤ ਵੱਡਾ ਰੋਲ ਹੈਗਾ, ਮੀਡੀਆ ਦਾ ਬਹੁਤ ਵੱਡਾ ਰੋਲ ਹੈਗਾ ਕਿ ਉਹ ਬਹੁਤ ਵੱਡੇ ਰਾਸ਼ਟਰਵਾਦੀ ਹੈਗੇ ਆ ਤੇ ਕਿਸੇ ਵੀ ਤਰੀਕੇ ਦੇ ਕਰਪਸ਼ਨ ਨੂੰ ਟੋਲਰੇਟ ਨਹੀਂ ਕਰਦੇ, ਖੁਦ ਇਨਕਰਪਟੇਬਲ ਹੈਗੇ ਆ। ਪਰ ਹੁਣ ਜਿਸ ਤਰੀਕੇ ਦੇ ਨਾਲ ਫੈਕਟ ਲਗਾਤਾਰ ਆ ਰਹੇ ਹੈਗੇ ਆ, ਜਿਵੇਂ ਖਾਸ ਕਰਕੇ ਅਦਾਨੀ ਵਾਲਾ ਜਿਹੜਾ ਕੇਸ ਹੈਗਾ, ਸਾਰਿਆਂ ਨੂੰ ਪਤਾ ਹੈ ਕਿ ਅਦਾਨੀ ਜਿਹੜਾ ਇੱਕ ਬਹੁਤ ਹੀ ਛੋਟਾ ਜਿਹਾ ਇੱਕ ਸਮੂਹ ਸੀਗਾ, ਉਹ ਕਿਸ ਤਰੀਕੇ ਦੇ ਨਾਲ ਇੱਕਦਮ ਤਾਂ ਚੜ੍ਹਦਾ ਹੈਗਾ ਆਲਮੋਸਟ ਸਾਰੇ ਹਿੰਦੁਸਤਾਨ ਦੇ ਰਿਸੋਰਸ ਆ, ਚਾਹੇ ਪੋਰਟ ਆ, ਚਾਹੇ 에ਅਰਪੋਰਟ ਹੈਗੇ ਆ, ਚਾਹੇ ਉਹ ਆਪਣਾ ਟ੍ਰੇਡ ਆ, ਚਾਹੇ ਹੋਰ ਕਿਸੇ ਵੀ ਤਰੀਕੇ ਦਾ ਜਿਹੜਾ ਬਿਜ਼ਨਸ ਇੰਡੀਆ ਦਾ ਬਿਗ ਬਿਜ਼ਨਸ ਹੈਗਾ, ਉਹ ਸਾਰਾ ਦਾ ਸਾਰਾ ਅਦਾਨੀ ਦੇ ਹੱਥ ਵਿੱਚ ਜਾ ਰਿਹਾ ਹੈਗਾ। ਤੇ ਉਹਨਾਂ ਦੀ ਸਿੱਧੇ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਜਿਹੜੀ ਯਾਰੀ ਦੋਸਤੀ ਉਹ ਜਗ ਜਾ ਰਹੀ ਹੈ। ਤੇ ਜਿਸ ਤਰੀਕੇ ਦੇ ਸੀਰੀਅਸ ਐਲੀਗੇਸ਼ਨ ਹਿੰਡਨਬਰਗ ਦੀ ਰਿਪੋਰਟ ਦੇ ਵਿੱਚ ਆਇਆ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਆਪਣੇ ਸਟਾਕ ਪ੍ਰਾਈਸਿਸ ਨੂੰ ਮੈਨੀਪੂਲੇਟ ਕੀਤਾ, ਕਿਸ ਤਰੀਕੇ ਦੇ ਨਾਲ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਹੈਗੀ ਆ, ਸ਼ੈੱਲ ਕੰਪਨੀਆਂ ਬਣਾਈਆਂ ਹੈਗੀਆਂ, ਉਹਦੇ ਨਾਲ ਜਿਹੜਾ ਇਸ ਤਰ੍ਹਾਂ ਦਾ ਪ੍ਰਾਈਮ ਮਿਨਿਸਟਰ ਮੋਦੀ ਤੇ ਜਿਹੜੀ ਇਨਕਰਪਟੇਬਲ ਇਮੇਜ ਹੈਗੀ ਉਹ ਤੋਂ ਬਹੁਤ ਵੱਡੀ ਢਾਹ ਲੱਗਦੀ ਹੈਗੀ ਹੈ। ਤੇ ਇਹ ਚਾਹੇ ਸਰਕਾਰ ਨੇ ਬਹੁਤ ਕੋਸ਼ਿਸ਼ ਕੀਤੀ ਇਹਨੂੰ ਦਬਾਉਣ ਦੀ, ਪਰ ਇਹ ਮੁੱਦਾ ਲਗਾਤਾਰ ਜਿਹੜਾ ਸਿਮਰ ਕਰ ਰਿਹਾ ਹੈਗਾ, ਲਗਾਤਾਰ ਲੋਕਾਂ ਦੇ ਵਿੱਚ ਪਹੁੰਚ ਰਿਹਾ ਹੈਗਾ। ਇਸੇ ਤਰੀਕੇ ਦੇ ਨਾਲ ਜਿਹੜੀ ਰਾਸ਼ਟਰਵਾਦ ਦੀ ਗੱਲ ਹੁੰਦੀ ਆ, ਖਾਸ ਕਰਕੇ ਪੁਲਵਾਮਾ ਤੇ ਬਾਲਾਕੋਟ ਤੋਂ ਬਾਅਦ ਜਿਹੜੀ ਪ੍ਰਾਈਮ ਮਿਨਿਸਟਰ ਮੋਦੀ ਨੇ ਜਿਹੜੀ ਛਵੀ ਬਣਾਈ ਸੀ ਕਿ ਬਹੁਤ ਵੱਡੇ ਰਾਸ਼ਟਰਵਾਦੀ ਹੈਗੇ ਆ, ਘਰ ਮੇਂ ਜਾ ਕੇ ਦੁਸ਼ਮਣ ਕੇ ਘਰ ਮੇਂ ਘੁਸ ਕਰ ਜਾ ਕੇ ਉनको ਮਾਰੇਂਗੇ, ਉਸ 'ਤੇ ਵੀ ਜਿਹੜਾ ਹੈਗਾ ਸਵਾਲੀਆ ਚਿੰਨ੍ਹ ਲੱਗਦਾ ਹੈਗਾ ਕਿ ਉਹਨਾਂ ਨੇ ਜਾਣ ਬੁੱਝ ਕੇ ਜੇ ਗੱਲ ਉਹਨਾਂ ਦੀ ਸਹੀ ਹੈਗੀ ਆ ਆਪਣੇ ਸੱਤਿਆਪਾਲ ਮਲਿਕ ਦੀ, ਕਿ ਉਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ 40 ਜਿਹੜੇ ਹੈਗੇ ਆ ਆਪਣੇ CRPF ਦੇ ਜਵਾਨ ਹੈਗੇ ਆ, ਉਹਨਾਂ ਦੀ ਮੌਤ ਵਾਸਤੇ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰ ਜਿਹੜੀ ਜ਼ਿੰਮੇਵਾਰ ਹੈਗੀ। ਚਲੋ ਨਾ ਵੀ ਉਹ ਆਪਣੇ ਰਾਸ਼ਟਰੀ ਸੁਰੱਖਿਆ ਦੇ ਨਾਮ ਦੇ ਉੱਪਰ ਵੀ ਪੋਲਿਟਿਕਸ ਜਿਹੜੀ ਸਰਕਾਰ ਕਰਦੀ ਆ, ਉਹਨੂੰ ਕਿਸੇ ਤਰੀਕੇ ਦੇ ਨਾਲ ਵੀ ਰਾਸ਼ਟਰਵਾਦੀ ਨਹੀਂ ਕਿਹਾ ਜਾ ਸਕਦਾ, ਸਗੋਂ ਉਹਨੂੰ ਕੁਝ ਲੋਕ ਤਾਂ ਉਹਨੂੰ ਦੇਸ਼ ਦਰੋਹੀ ਵੀ ਹੀ ਕਹਿਣਗੇ। ਇਸ ਦੇ ਨਾਲ ਹੀ ਹੁਣ ਸਾਰਿਆਂ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਚਾਈਨਾ ਜਿਹੜਾ ਹੈਗਾ ਆਲਮੋਸਟ 1000 ਕਿਲੋਮੀਟਰ ਹਿੰਦੁਸਤਾਨ ਦੀ ਜਿਹੜਾ ਇਲਾਕਾ ਹੈਗਾ ਉਹਦੇ ਜਾ ਕੇ ਬੈਠਾ ਹੈਗਾ ਤੇ ਕਬਜ਼ਾ ਕਰ ਬੈਠਾ ਪਿਛਲੇ 8-10 ਸਾਲ 'ਚ, ਪਰ ਕਿਸੇ ਵੀ ਉਹ ਚੈਨਲ ਉਹਨੂੰ ਸ਼ੋਅ ਨਹੀਂ ਕਰ ਰਿਹਾ ਹੈਗਾ। ਪਰ ਜਿਵੇਂ ਇਹ ਇਲੈਕਸ਼ਨ, ਕਿਉਂਕਿ ਇਲੈਕਸ਼ਨ ਈਅਰ ਆ, ਆਪੋਜੀਸ਼ਨ ਪਾਰਟੀਆਂ ਵੀ ਯੂਜ਼ ਕਰਨਗੀਆਂ, ਜਿਹੜੇ ਹੋਰ ਵੀ ਸਿਵਲ ਸੁਸਾਇਟੀ ਜਿਹੜੀ ਹੈਗੀ ਉਹਨੂੰ ਯੂਜ਼ ਕਰੂਗੀ। ਇਹ ਗੱਲਾਂ ਜਿਵੇਂ ਲੋਕਾਂ ਦੇ ਵਿੱਚ ਜਾਣਗੀਆਂ, ਮੈਨੂੰ ਲੱਗਦਾ ਹੈ ਕਿ ਜਿਹੜੀ ਪ੍ਰਾਈਮ ਮਿਨਿਸਟਰ ਮੋਦੀ ਦੀ ਜਿਹੜੀ ਛਵੀ ਹੈ ਜਿਹੜੀ ਉਸ ਤਰੀਕੇ ਨਾਲ ਬਣੀ ਹੋਈ ਹੈ, ਉਹ ਕਾਫੀ ਹੱਦ ਤੱਕ ਜਿਹੜੀ ਹੈਗੀ ਆ ਉਹ ਥੱਲੇ ਜਾ ਸਕਦੀ ਹੈਗੀ। ਕਿ ਇਸ ਇੰਟਰਵਿਊ ਸੱਤਿਆਪਾਲ ਮਲਿਕ ਇੰਟਰਵਿਊ ਦਿੰਦੇ ਨੇ, ਐਲੀਗੇਸ਼ਨ ਲਾਉਂਦੇ ਨੇ ਮੋਦੀ ਗਵਰਨਮੈਂਟ ਤੇ, ਕਿ BJP ਦੀ ਕੋਈ ਅੰਦਰੂਨੀ ਕੰਟਰਾਡਿਕਸ਼ਨ ਵੀ ਹੋ ਸਕਦੀ? ਕਿਉਂਕਿ ਮੰਨਿਆ ਜਾਂਦਾ ਵੀ ਇੱਕ ਧੜਾ ਉਹ ਅਮਿਤ ਸ਼ਾਹ ਨਰਿੰਦਰ ਮੋਦੀ ਦਾ, ਇੱਕ ਧੜਾ ਨਿਤਿਨ ਗਡਕਰੀ ਦਾ, ਰਾਜਨਾਥ ਸਿੰਘ ਦਾ, ਕੋਈ ਇੰਟਰਨਲ ਕੰਟਰਾਡਿਕਸ਼ਨ 'ਚੋਂ ਵੀ ਨਿਕਲੀ ਹੋ ਸਕਦੀ ਹੈ ਇੰਟਰਵਿਊ? ਬਿਲਕੁਲ, ਇਹ ਜਿਹੜੀਆਂ ਹੈਗੀਆਂ ਹਰ ਪੋਲੀਟੀਕਲ ਪਾਰਟੀਆਂ ਹੈਗੀਆਂ ਉਹਦੇ ਵਿੱਚ ਅੰਦਰ ਧੜੇ ਹੁੰਦੇ ਹੈਗੇ ਆ, ਐਂਡ BJP ਦੇ ਵਿੱਚ ਵੀ ਜਿਹੜੇ ਕਾਫੀ ਧੜੇ ਹੈਗੇ ਆ। ਇਸ ਇੰਟਰਵਿਊ ਨੂੰ ਆਪਾਂ ਜੇ ਹੋਰ ਸੀਰੀਅਸਲੀ ਉਹਨੂੰ ਦੇਖੀਏ ਤਾਂ ਇਹਦੇ ਵਿੱਚ ਤਕਰੀਬਨ ਬਹੁਤ ਸਾਰੇ ਜਿਹੜੇ ਪ੍ਰਾਈਮ ਮਿਨਿਸਟਰ ਮੋਦੀ ਆ ਉਹ ਤੇ ਉਹਨਾਂ ਦੇ ਸਾਥੀਆਂ ਦੇ ਉੱਪਰ ਜਿਹੜਾ ਹੈਗਾ ਨਿਸ਼ਾਨਾ ਗਵਰਨਰ ਨੇ ਸਾਧਿਆ। ਉਹਦੇ ਵਿੱਚ ਰਾਜਨਾਥ ਸਿੰਘ ਤੇ ਨਿਸ਼ਾਨਾ ਸਾਧਿਆ, ਉਹਦੇ ਵਿੱਚ RSS ਦੇ ਜਿਹੜੇ ਵੱਡੇ ਆਪਣੇ ਇਹ ਰਾਮ ਮਾਧਵ ਹੈਗੇ ਆ, ਵੱਡੇ ਲੀਡਰ ਹੈਗੇ ਆ, ਉਹਨਾਂ 'ਤੇ ਨਿਸ਼ਾਨਾ ਸਾਧਿਆ, ਉਹਨਾਂ ਦੇ PMO ਦੇ ਵਿੱਚ ਜਤਿੰਦਰ ਸਿੰਘ ਦੇ ਉੱਪਰ ਨਿਸ਼ਾਨਾ ਸਾਧਿਆ, ਹੋਰ CMs ਜਿਹੜੇ ਹੈਗੇ ਆ, ਗੋਆ ਦੇ CM ਦੇ ਨਿਸ਼ਾਨਾ ਸਾਧਿਆ, ਪ੍ਰਾਈਮ ਮਿਨਿਸਟਰ ਮੋਦੀ ਦੇ ਉੱਪਰ ਨਿਸ਼ਾਨਾ ਸਾਧਿਆ ਹੈਗਾ, ਜਿਹਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਪਤਾ ਸੀਗਾ ਪੁਲਵਾਮਾ ਵਾਲੇ ਕੇਸ 'ਚ, ਪਰ ਜਾਣਬੁੱਝ ਕੇ ਉਹਨਾਂ ਨੂੰ ਚੁੱਪ ਰਹਿਣ ਵਾਸਤੇ ਕਿਹਾ। ਕਰਪਸ਼ਨ ਪ੍ਰਤੀ ਉਹਨਾਂ ਨੇ ਕਿਹਾ ਕਿ ਕਰਪਸ਼ਨ ਜਿਹੜਾ ਹੈਗਾ ਉਹ ਕਰਪਸ਼ਨ ਪ੍ਰਤੀ ਸੰਜੀਦਾ ਨਹੀਂ ਹੈਗੇ। ਪਰ ਨਾਲ ਦੀ ਨਾਲ ਇੱਕ ਤਰੀਕੇ ਨਾਲ ਆਪਾਂ ਦੇਖਦੇ ਹਾਂ ਤੇ ਉਹ
ਇਸ ਤਰੀਕੇ ਨਾਲ ਲੱਗਦਾ ਕਿ ਜੀ ਇੱਕ ਅਮਿਤ ਸ਼ਾਹ ਨੂੰ ਜਿਵੇਂ ਹੈਗੇ ਆ ਉਹ ਇੱਕ ਕਲੀਨ ਚਿੱਟ ਦੇ ਰਹੇ ਹੈਗੇ ਆ। ਅਮਿਤ ਸ਼ਾਹ ਦੇ ਖਿਲਾਫ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਉਹਨਾਂ ਨੇ ਉਹਨੂੰ ਵਾਪਸ ਵੀ ਲਿਆ ਹੈਗਾ। ਤੇ ਉਸ ਮੈਨੂੰ ਲੱਗਦਾ ਕਿ ਕਿਸੇ ਤਰੀਕੇ ਨਾਲ ਹੋ ਸਕਦਾ ਕਿ ਜਿਹੜੀ ਬੀਜੇਪੀ ਦੀ ਇੰਟਰਨਲ ਕੰਟਰਾਡਿਕਸ਼ਨ ਆ ਜਾਂ ਜਿਹੜੀ ਉਹਨਾਂ ਦੀ ਆਪਸੀ ਧੜੇਬੰਦੀ ਹੈਗੀ ਆ ਉਹਦੇ ਵਿੱਚ ਵੀ ਹੋ ਸਕਦਾ ਇਹ ਉਹਨਾਂ ਨੇ ਕਿਹਾ। ਅਲਟੀਮੇਟਲੀ ਆਪਾਂ ਦੇਖਦੇ ਹਾਂ ਕਿ ਸੱਤਿਆਪਾਲ ਮਲਿਕ ਇੱਕ ਪੋਲੀਟੀਸ਼ੀਅਨ ਹੈਗੇ ਆ ਤੇ ਉਹਨਾਂ ਨੂੰ ਪਤਾ ਹੈ ਕਿਹੜੀ ਗੱਲ ਕਦੋਂ ਕਹਿਣੀ ਹੈਗੀ ਹੈ ਤੇ ਕਿਸ ਸਮੇਂ ਕਰਨੀ ਹੈ ਉਹ। ਤੇ ਜਿਸ ਤਰੀਕੇ ਨਾਲ ਆਪਾਂ ਦੇਖ ਰਹੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਉਹਨਾਂ ਦਾ ਜਾਨਸ਼ੀਨ ਕੌਣ ਹੋਊਗਾ ਉਹਦੇ ਬਾਰੇ ਇੱਕ ਬਹੁਤ ਵੱਡਾ ਸਵਾਲ ਚਿੰਨ੍ਹ ਹੈਗਾ। ਉਹਦੇ ਵਾਸਤੇ ਦੋ ਹੀ ਵੱਡੇ ਕੰਟੈਂਡਰ ਮੰਨੇ ਜਾਂਦੇ ਹੈਗੇ ਆ, ਜਾਂ ਯੂਪੀ ਦੇ ਜਿਹੜੇ ਹੈਗੇ ਆ ਮੁੱਖ ਮੰਤਰੀ ਯੋਗੀ ਤੇ ਜਾਂ ਆਪਣੇ ਅਮਿਤ ਸ਼ਾਹ। ਤੇ ਹੋ ਸਕਦਾ ਹੈ ਕਿ ਉਹ ਜਿਹੜੀ ਮੋਦੀ ਤੋਂ ਬਾਅਦ ਕੌਣ ਹੋਵੇ ਸ਼ਾਇਦ ਉਸ ਲੜਾਈ ਦਾ ਵੀ ਇਹ ਇੱਕ ਪਾਰਟ ਹੈਗਾ। ਮੋਦੀ ਤੋਂ ਬਾਅਦ ਕੌਣ ਹੋਵੇ ਜੇਕਰ ਇਹ ਸਵਾਲ ਹੈ ਤਾਂ ਇੰਟਰਨੈਸ਼ਨਲ ਪੋਲਿਟਿਕਸ ਦੀ ਆਪਾਂ ਗੱਲ ਕਰ ਲਈਏ, ਜਿਵੇਂ BBC ਡਾਕੂਮੈਂਟਰੀ ਆਉਂਦੀ ਹੈ, ਹਿੰਡਨਬਰਗ ਰਿਪੋਰਟ ਆਉਂਦੀ ਹੈ, ਕਿ ਉਹਦੀ ਅਗਲੀ ਕੜੀ ਹੈ ਫਿਰ ਸੱਤਿਆਪਾਲ ਮਲਿਕ ਦੀ ਇੰਟਰਵਿਊ? ਹੋ ਸਕਦਾ ਕਿਸੇ ਹੱਦ ਤੱਕ ਹੋ ਸਕਦਾ, ਕਿਉਂਕਿ ਜੇ ਆਪਾਂ ਇੰਟਰਨੈਸ਼ਨਲ ਸੰਦਰਭ 'ਚ ਵੀ ਦੇਖਦੇ ਹੈਗੇ, ਇੰਟਰਨੈਸ਼ਨਲ ਸੰਦਰਭ 'ਚ ਵੀ ਬਹੁਤ ਉਥਲ ਪੁਥਲ ਦਾ ਸਮਾਂ ਹੈਗਾ। ਰਸ਼ੀਆ ਨੇ ਜਿਸ ਤੋਂ ਕੋਈ ਯੂਕਰੇਨ ਦੇ ਉੱਪਰ ਜਦੋਂ ਹਮਲਾ ਕੀਤਾ ਉਸ ਤੋਂ ਬਾਅਦ ਇੱਕ ਜਿਹੜੀ ਸੈਕੰਡ ਕੋਲਡ ਵਾਰ ਇੱਕ ਤਰ੍ਹਾਂ ਦੀ ਉਹ ਦੁਬਾਰਾ ਲੱਗਦਾ ਕਿ ਸ਼ੁਰੂ ਹੋ ਗਈ ਹੈ। ਇੱਕ ਪਾਸੇ ਅਮਰੀਕਾ ਦਾ ਖੇਮਾ ਹੈਗਾ, ਦੂਸਰੇ ਪਾਸੇ ਰੂਸ ਤੇ ਚਾਈਨਾ ਦਾ ਜਿਹੜਾ ਹੈਗਾ ਖੇਮਾ ਹੈਗਾ। ਤੇ ਇਹ ਸਾਰੀਆਂ ਜਿਹੜੀਆਂ ਪੋਲੀਟੀਕਲ ਵੱਡੀਆਂ ਸ਼ਕਤੀਆਂ ਹੈਗੀਆਂ ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੋਸ਼ਿਸ਼ ਕਰਨਗੀਆਂ ਕਿ ਉਹ ਹਿੰਦੁਸਤਾਨ ਦੀ ਜਿਹੜੀ ਵੀ ਆਉਣ ਵਾਲੀ ਸਰਕਾਰ ਹੈਗੀ ਉਹਨਾਂ ਨੂੰ ਆਪਦੇ ਖੇਮੇ 'ਚ ਖਿੱਚਣ ਦੀ ਕੋਸ਼ਿਸ਼ ਕਰੇਗੀ। ਹਿੰਦੁਸਤਾਨ ਦੇ ਖਾਸ ਕਰਕੇ ਪ੍ਰੈਸ਼ਰ ਹੈਗਾ ਕਿ ਹਿੰਦੁਸਤਾਨ ਜਿਹੜਾ ਹੈਗਾ ਉਹ ਇੱਕ ਧੜੇ ਦੇ ਨਾਲ ਜਾਂ ਅਮਰੀਕਾ ਦੇ ਨਾਲ ਤੇ ਜਾਂ ਉੱਧਰੋਂ ਚਾਈਨਾ ਤੇ ਰਸ਼ੀਆ ਦੇ ਧੜੇ ਦੀ ਉਹਨਾਂ ਦੀ ਸਪੋਰਟ ਕਰੇ। ਹਿੰਦੁਸਤਾਨ ਹੁਣ ਤੱਕ ਜਿਹੜਾ ਹੈਗਾ ਉਹ ਵਿੱਚ ਵਿਚਾਲੇ ਵਾਲਾ ਰਸਤਾ ਜਿਹੜਾ ਹੈਗਾ ਉਹਦੀ ਟ੍ਰੈਡੀਸ਼ਨਲ ਨੌਨ ਅਲਾਈਨਮੈਂਟ ਦੀ ਪੋਲਿਸੀ ਵੀ ਰਹੀ ਆ। ਤੇ ਕਈ ਲੋਕ ਇਹ ਵੀ ਕਹਿੰਦੇ ਕਿ ਹਿੰਦੁਸਤਾਨ ਨੇ ਸਗੋਂ ਇਸ ਸਾਰੀ ਲੜਾਈ ਦੇ ਵਿੱਚ ਇੱਕ ਤਰੀਕੇ ਨਾਲ ਉਹਨੂੰ ਫਾਇਦਾ ਹੀ ਹੋਇਆ ਕਿ ਉਹ ਅਮਰੀਕਾ ਦੇ ਨਾਲ ਵੀ ਦੋਸਤੀ ਬਣਾ ਕੇ ਰੱਖੀ, ਉੱਧਰੋਂ ਰਸ਼ੀਆ ਤੋਂ ਵੀ ਤੇਲ ਲੈ ਰਿਹਾ ਹੈਗਾ। ਤੇ ਹੋ ਸਕਦਾ ਕਿ ਇੰਟਰਨੈਸ਼ਨਲ ਜਿਹੜੀ ਪੋਲਿਟਿਕਸ ਹੈਗੀ ਆ ਉਹਦੇ ਵਿੱਚ ਵੀ ਉਹਦਾ ਵੀ ਇੱਕ ਰੋਲ ਹੋਵੇ। ਪਰ ਇਹਦੇ ਬਾਰੇ ਆਪਣੇ ਕੋਲ ਕੋਈ ਸਬੂਤ ਨਹੀਂ, ਕੁਝ ਕਹਿ ਨਹੀਂ ਸਕਦੇ। ਬਟ ਇਹਦੀ ਨੋਰਮਲ ਜਿਹੜੀਆਂ ਚੀਜ਼ਾਂ ਇੰਟਰਨੈਸ਼ਨਲ ਪੋਲਿਟਿਕਸ ਹੁੰਦੀਆਂ ਰਹਿੰਦੀਆਂ। ਸੱਤਿਆਪਾਲ ਮਲਿਕ ਇੱਕ ਹੋਰ ਗੱਲ ਕਹਿੰਦੇ ਨੇ ਜੀ ਇੰਟਰਵਿਊ 'ਚ, ਕਹਿੰਦੇ ਜੇ ਆਪੋਜੀਸ਼ਨ ਵਾਲੇ ਸਾਰੇ ਰਲ ਕੇ ਹਰੇਕ ਸੀਟ ਤੋਂ ਇੱਕ ਬੰਦਾ ਖੜਾ ਦੇਣ ਤਾਂ ਬੀਜੇਪੀ ਦਾ ਨਾਮ ਨਿਸ਼ਾਨ ਲੱਭੂਗੀ ਨਹੀਂ। ਕਹਿੰਦੇ ਬੀਜੇਪੀ ਉਹ ਇਹ ਵੀ ਕਹਿੰਦੇ ਨੇ ਕਿ ਅਡਾਨੀ ਦੇ ਸਿਰ ਤੇ ਹੀ ਟਿਕੀ ਹੋਈ ਆ। ਫਿਰ ਜੇਕਰ ਇਹ ਗੱਲ ਮੰਨ ਲਈ ਜਾਵੇ ਤਾਂ ਹੋ ਜੇ ਕਿ ਬੀਜੇਪੀ ਨੂੰ ਹਰਾਇਆ ਜਾ ਸਕਦਾ? ਇਹ ਸੱਤਿਆਪਾਲ ਮਲਿਕ ਉਹਨਾਂ ਦਾ ਵਿਚਾਰ ਹੈ, ਪਰ ਮੈਨੂੰ ਲੱਗਦਾ ਕਿ ਇੰਨਾ ਸਿੰਪਲ ਨਹੀਂ ਹੈਗਾ ਕਿ ਸਾਰੀ ਆਪੋਜੀਸ਼ਨ, ਪਹਿਲੀ ਗੱਲ ਤਾਂ ਸਾਰੀ ਆਪੋਜੀਸ਼ਨ ਇਕੱਠੀ ਹੋਣ ਦੇ ਵੀ ਉਹ ਇੰਨੇ ਚਾਂਸਸ ਜਿਹੜੇ ਹੈ ਨਹੀਂ, ਕਿਉਂਕਿ ਆਪੋਜੀਸ਼ਨ ਦੇ ਆਪਸ 'ਚ ਬਹੁਤ ਜ਼ਿਆਦਾ ਕੰਟਰਾਡਿਕਸ਼ਨ ਆ। ਹੁਣ ਬੰਗਾਲ ਵਰਗੀ ਜਿਹੜੀ ਸਟੇਟ ਹੈਗੀ ਆ ਜਿੱਥੇ ਕਾਂਗਰਸ ਤੇ ਉੱਥੇ ਆਪਣਾ TMC ਦੀ ਆਪਸ 'ਚ ਨਹੀਂ ਬਣਦੀ ਹੈਗੀ, ਜਾਂ ਥੱਲੇ ਤਾਮਿਲਨਾਡੂ ਦੇ ਕੇਰਲਾ ਦੇ ਵਿੱਚ ਲੈਫਟ ਤੇ ਜਿਹੜਾ ਕਾਂਗਰਸ ਦਾ ਜਿਹੜਾ ਹੈਗਾ ਆਪਸ ਇੱਕ ਦੂਜੇ ਨਾਲ ਵਿਰੋਧਤਾ ਹੈਗੀ ਹੈ। ਸੋ ਕਈਆਂ ਸਟੇਟ ਸਾਰੀ ਆਪੋਜੀਸ਼ਨ ਇਕੱਠੀ ਹੋ ਜਾਵੇ ਤੇ ਇੱਕ ਕੈਂਡੀਡੇਟ ਦੇਵੇ, ਮੈਨੂੰ ਲੱਗਦਾ ਕਿ ਇਹਦੇ ਚਾਂਸਸ ਕਾਫੀ ਘੱਟ ਹੈਗੇ। ਪਰ ਇਹ ਗੱਲ ਹੈਗੀ ਹੈ ਕਿ ਜੇ ਆਪੋਜੀਸ਼ਨ ਜਿਹੜੀ ਹੈਗੀ ਆ ਉਹ ਇਹ 3-4 ਮੁੱਦਿਆਂ ਨੂੰ ਉਭਾਰਨ ਦੇ ਵਿੱਚ ਸਫਲ ਹੁੰਦੀ ਹੈ, ਖਾਸ ਕਰਕੇ ਅਦਾਨੀ ਵਾਲਾ ਇਸ਼ੂ ਜਿਹੜਾ ਹੈਗਾ, ਇੱਕ ਸੱਤਿਆਪਾਲ ਦੀ ਮਲਿਕ ਦੀ ਜਿਹੜੀ ਇੰਟਰਵਿਊ ਦੇ ਵਿੱਚ ਖਾਸ ਕਰਕੇ ਜਿਹੜੀ ਪੁਲਵਾਮਾ ਬਾਰੇ ਉਹਨਾਂ ਨੇ ਗੱਲ ਕੀਤੀ ਹੈ, ਤੇ ਇੱਕ ਜਿਹੜਾ ਆਹ ਸੋਸ਼ੀਓ ਇਕਨੋਮਿਕ ਜਿਹੜਾ ਖਾਸ ਕਰਕੇ ਸੈਂਸਸ ਦੀ ਗੱਲ ਕੀਤੀ ਹੈਗੀ ਆ ਕਿ ਜਿਹੜੇ OBCs ਵਾਸਤੇ ਜਿਹੜਾ ਕਾਸਟ ਸੈਂਸਸ ਜਿਹੜਾ ਹੈਗਾ ਉਹ ਹਿੰਦੁਸਤਾਨ ਦੇ ਵਿੱਚ ਹੋਣਾ ਚਾਹੀਦਾ ਹੈਗਾ। ਜੇ ਇਹ 3-4 ਮੁੱਦਿਆਂ ਦੇ ਉੱਪਰ ਜਾਂ ਕਿਸਾਨੀ ਦੇ ਉੱਪਰ ਵੀ ਜੇ ਮੁੱਦਿਆਂ ਦੇ ਉੱਪਰ ਆਪੋਜੀਸ਼ਨ ਜਿਹੜੀ ਚਰਚਾ ਕਰੂਗੀ ਜਾਂ ਮੁੱਦੇ ਉਠਾਊਗੀ ਤੇ ਹੋ ਸਕਦਾ ਕਿ ਉਹਨਾਂ ਨੂੰ ਫਾਇਦਾ ਹੋਵੇ। ਪਰ ਅਜੇ ਵੀ ਮੈਨੂੰ ਲੱਗਦਾ ਕਿ ਬੀਜੇਪੀ ਨੂੰ ਹਰਾਉਣਾ ਇੰਨਾ ਸੌਖਾ ਨਹੀਂ ਹੈਗਾ। ਬੀਜੇਪੀ ਕੋਲੇ ਅਜੇ ਵੀ ਪ੍ਰਧਾਨ ਮੰਤਰੀ ਮੋਦੀ ਦੀ ਜਿਹੜੀ ਛਵੀ ਆ ਬਹੁਤ ਵਧੀਆ ਕ੍ਰਿਸ਼ਮਾਈ ਛਵੀ ਹੈਗੀ ਹੈ। ਬੀਜੇਪੀ ਦੀ ਆਰਗੇਨਾਈਜੇਸ਼ਨ ਸਭ ਤੋਂ ਜ਼ਿਆਦਾ ਸਟਰੋਂਗ ਹੈਗੀ ਹੈ। ਬੀਜੇਪੀ ਲਗਾਤਾਰ ਉਹਨੇ ਐਕਸਪੈਂਡ ਕੀਤਾ ਹੈਗਾ, ਸਾਊਥ ਦੇ ਵਿੱਚ ਵੀ ਕੀਤਾ, ਨਾਰਥ ਈਸਟ 'ਚ ਵੀ ਕੀਤਾ, ਈਸਟ ਵਿੱਚ ਵੀ ਕੀਤਾ, ਜਿਹੜਾ ਕਿ ਉਹਦਾ ਟ੍ਰੈਡੀਸ਼ਨਲ ਉਹਦਾ ਇਲਾਕਾ ਹੈ ਨਹੀਂਗਾ। ਬਿਗ ਬਿਜ਼ਨਸ ਅਜੇ ਵੀ ਉਹਦੀ ਸਪੋਰਟ 'ਤੇ ਖੜਾ ਤੇ ਮੀਡੀਆ ਅਜੇ ਉਹਦੇ ਨਾਲ ਹੈਗਾ। ਸੋ ਮੈਨੂੰ ਲੱਗਦਾ ਕਿ ਅਜੇ ਵੀ ਆਪੋਜੀਸ਼ਨ ਨੂੰ ਅਜੇ ਵੀ ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇਗੀ ਜੇ ਉਹ ਬੀਜੇਪੀ ਨੂੰ ਅਗਲੀ ਇਲੈਕਸ਼ਨਾਂ ਦੇ ਵਿੱਚ ਹਰਾਉਣਾ ਚਾਹੁੰਦੀ ਹੈ। ਇੱਕ ਲਾਸਟ ਸਵਾਲ ਹੈ ਜੀ, ਸੱਤਾ ਦੇ ਵਿੱਚ ਇੱਕ ਬੰਦਾ ਬੈਠਾ ਜਿਹੜਾ ਸਾਬਕਾ ਗਵਰਨਰ ਹੋਵੇ, ਉਹ ਇੱਕ ਇੰਟਰਵਿਊ ਦਿੰਦਾ, ਉਹਦੀ ਗੱਲ ਨਹੀਂ ਸੁਣੀ ਜਾਂਦੀ, ਨਾ ਮੀਡੀਆ ਕੁਝ ਬੋਲਦਾ, ਆਪੋਜੀਸ਼ਨ ਵੀ ਹੋਵੇ ਨਹੀਂ ਗੱਲ ਕਰਦੀ, ਤਾਂ ਫਿਰ ਜਦੋਂ ਲੋਕ ਬੀਜੇਪੀ ਦੇ ਖਿਲਾਫ ਬੋਲਣਗੇ ਉਹਨਾਂ ਨੂੰ ਸਪੇਸ ਕਿਵੇਂ ਮਿਲੂਗੀ? ਮੈਂ ਡੈਮੋਕ੍ਰੈਟਿਕ ਸਪੇਸ ਦੀ ਗੱਲ ਕਰ ਰਿਹਾ ਦੇਸ਼ ਦੇ ਵਿੱਚ, ਫਿਰ ਉਹ ਕਿਵੇਂ ਹਾਸਲ ਹੋਊਗੀ? ਦੇਖੋ ਇਸ ਤਰ੍ਹਾਂ ਦੀ ਇਹ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਰੂਲਿੰਗ ਕਲਾਸਿਸ ਹਮੇਸ਼ਾ ਕਰਦੀਆਂ ਹੈਗੀਆਂ ਕਿ ਸਾਰੇ ਦਾ ਸਾਰਾ ਜਿਹੜਾ ਹੈਗਾ ਡਿਸਕੋਰਸ ਕੰਟਰੋਲ 'ਚ ਕਰ ਲਵੇ, ਲੋਕਾਂ ਤੱਕ ਗੱਲ ਪਹੁੰਚੇ ਨਾ। ਪਰ ਲੋਕਾਂ ਕੋਲੇ ਗੱਲ ਕਿਵੇਂ ਨਾ ਕਿਵੇਂ ਪਹੁੰਚ ਜਾਂਦੀ ਹੈਗੀ ਆ। ਆਪਣੇ ਕੋਲੇ ਸਭ ਤੋਂ ਵੱਡੀ ਉਦਾਹਰਨ ਹਿੰਦੁਸਤਾਨ ਦੇ ਵਿੱਚ ਐਮਰਜੈਂਸੀ ਦੀ ਹੈਗੀ ਆ। ਉਸ ਟਾਈਮ ਦੇ ਉੱਪਰ ਤਾਂ ਸਾਰੇ ਦਾ ਸਾਰਾ ਮੀਡੀਆ ਜਿਹੜਾ ਹੈਗਾ, ਉਸ ਟਾਈਮ ਤਾਂ ਕੋਈ YouTube ਨਹੀਂ ਸੀਗੀ, ਕੋਈ ਆਲਟਰਨੇਟਿਵ ਚੈਨਲ ਵੀ ਹੈ ਨਹੀਂ ਸੀ, ਸਰਕਾਰੀ ਮੀਡੀਆ ਸੀ, ਚਾਹੇ ਅਖਬਾਰ ਸੀ, ਚਾਹੇ ਦੂਰਦਰਸ਼ਨ ਸੀ, ਚਾਹੇ ਉਸ 'ਤੇ ਰੇਡੀਓ ਸੀਗੇ। ਪਰ ਉਸ ਦੇ ਬਾਵਜੂਦ ਵੀ ਲੋਕਾਂ ਨੂੰ ਜਦੋਂ ਉਹਨਾਂ ਨੇ ਹਾਲਾਤ ਉਹਨਾਂ ਦੀ ਜ਼ਿੰਦਗੀ ਦੇ ਹਾਲਾਤ ਜਿਹੜੇ ਹੈਗੇ ਉਹ ਖਰਾਬ ਹੋਏ ਜਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਹੈਗਾ, ਤਾਂ ਲੋਕਾਂ ਨੇ ਜਿਹੜਾ ਹੈਗਾ ਉਹਦੇ ਖਿਲਾਫ ਲਾਸਾਨੀ ਹਾਰ ਜਿਹੜੀ ਹੈਗੀ ਹੈ ਉਹ ਕਾਂਗਰਸ ਨੂੰ ਦਿੱਤੀ ਹੈ। ਸੋ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਚਾਹੇ ਬੀਜੇਪੀ ਬਹੁਤ ਕੋਸ਼ਿਸ਼ ਹੈ, ਪਰ ਫਿਰ ਵੀ ਬਹੁਤ ਸਾਰੇ ਆਲਟਰਨੇਟਿਵ ਐਵਨਿਊ ਹੈਗੇ ਆ ਕਿ ਗੱਲ ਜਿਹੜੀ ਹੈ ਕਿਵੇਂ ਨਾ ਕਿਵੇਂ ਲੋਕਾਂ ਤੱਕ ਪਹੁੰਚ ਜਾਂਦੀ ਹੈਗੀ ਹੈ। ਅਤੇ ਜੇ ਮੁੱਦੇ ਸਹੀ ਹੋਣ
ਤੇ ਲੋਕਾਂ ਦੀ ਜਿਹੜੀ ਹੈਗੀ ਆ ਜਿਹੜੀ ਜ਼ਿੰਦਗੀ ਆ ਉਹਨਾਂ ਨੂੰ ਉਹ ਅਫੈਕਟ ਕਰਦਾ ਹੋਵੇ, ਉਹ ਖੁਦ ਦੇਖ ਸਕਦੇ ਹੁਣ ਕਿ ਇਹ ਪ੍ਰੋਪੋਗੈਂਡਾ ਹੈਗਾ, ਉਹਨਾਂ ਦੀ ਜ਼ਿੰਦਗੀ 'ਚ ਕੋਈ ਸੁਧਾਰ ਨਹੀਂ ਹੋ ਰਿਹਾ ਹੈਗਾ, ਚਾਹੇ ਇੰਪਲੋਇਮੈਂਟ ਦਾ ਇਸ਼ੂ ਹੈਗਾ, ਚਾਹੇ ਉਹ ਮਹਿੰਗਾਈ ਦਾ ਇਸ਼ੂ ਹੈਗਾ, ਜਾਂ ਹੋਰ ਜਿਹੜੇ ਲੋਕਾਂ ਦੇ ਇਸ਼ੂ ਹੈਗੇ ਆ ਜੋ ਪੂਰੇ ਨਜਿੱਠੇ ਨਹੀਂ ਜਾ ਰਹੇ, ਤੇ ਜਿੰਨਾ ਮਰਜ਼ੀ ਸਰਕਾਰਾਂ ਪ੍ਰੋਪੋਗੈਂਡਾ ਕਰ ਲੈਣ ਉਹਨਾਂ ਨੂੰ ਉਸ ਦਾ ਫਾਇਦਾ ਨਹੀਂ ਹੁੰਦਾ ਗਾ। ਬਹੁਤ ਬਹੁਤ ਧੰਨਵਾਦ ਜੀ। ਸੋ ਆਪਾਂ ਗੱਲਬਾਤ ਕੀਤੀ ਆ ਰਾਜੇਸ਼ਵਰਪਾਲ ਸਿੰਘ ਜੀ ਨਾਲ, ਜੋ ਸੱਤਿਆਪਾਲ ਮਲਿਕ ਹੋਰਾਂ ਦੀ ਇੰਟਰਵਿਊ ਆਈ ਹੈ ਕਰਨ ਥਾਪਰ ਦੇ ਨਾਲ, ਜਿਹਦੇ ਵਿੱਚ ਕਿ ਮੋਦੀ ਸਰਕਾਰ ਤੇ ਵੱਡੇ ਐਲੀਗੇਸ਼ਨ ਲਾਏ ਗਏ ਨੇ, ਤੇ ਹੁਣ ਜਦੋਂ ਉਹਨਾਂ ਨੂੰ ਸੀਬੀਆਈ ਦੁਆਰਾ ਸਮਨ ਕੀਤਾ ਜਾਂਦਾ ਹੈ, ਤੇ ਜੋ ਹੁਣ ਗੱਲ ਆ ਰਹੀ ਹੈ ਕਿ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਕੁਝ ਕਿਸਾਨ ਆਗੂਆਂ ਦੇ ਨਾਲ। ਸੋ ਇਹ ਸਾਰੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ? ਤੁਹਾਡਾ ਕੋਈ ਰਾਏ ਸੁਝਾਅ, ਕੀ ਸਵਾਲ ਆਉਂਦਾ ਤੁਹਾਡੇ ਮਨ ਵਿੱਚ, ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਜੀ। ਇਸ ਵੀਡੀਓ ਨੂੰ ਸਾਂਝੀ ਵੀ ਜ਼ਰੂਰ ਕਰਿਓ ਜੀ। ਦੇਖਦੇ ਰਹੋ ਦੁਨੀਆ।